ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਪੰਜਾਬ ਸਰਕਾਰ ਨੇ ਲੁਧਿਆਣਾ ਦੇ ਵਿਕਾਸ ਠਾਕੁਰ ਨੂੰ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਵਿਕਾਸ ਠਾਕੁਰ ਨੇ ਬਰਮਿੰਘਮ ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਵੇਟ ਲਿਫਟਿੰਗ 'ਚ ਚਾਂਦੀ ਦਾ ਤਗਮਾ ਜਿੱਤਿਆ ਹੈ। ਪੰਜਾਬ ਸਰਕਾਰ ਦੀ ਖੇਡ ਨੀਤੀ ਅਨੁਸਾਰ ਵਿਕਾਸ ਠਾਕੁਰ ਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਅਤੇ ਸੰਭਵ ਮਦਦ ਕਰਨ ਲਈ ਮੇਰੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਵੇਟ ਲਿਫਟਰ ਵਿਕਾਸ ਠਾਕੁਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ ਹੈ। ਉਹਨਾਂ ਨੇ 346 ਕਿਲੋਗ੍ਰਾਮ ਭਾਰ ਚੁੱਕਿਆ। ਭਾਰਤ ਨੇ 2 ਹੋਰ ਸੋਨ ਤਗਮੇ ਜਿੱਤੇ ਹਨ। ਵਿਕਾਸ ਦੇ ਮੈਡਲ ਨਾਲ ਭਾਰਤ ਦੇ ਤਗਮਿਆਂ ਦੀ ਸੂਚੀ ਹੁਣ 11 ਹੋ ਗਈ ਹੈ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਇਸ ਖਿਡਾਰੀ ਨੂੰ ਪੰਜਾਬ ਦਾ ਨਾਮ ਰੋਸ਼ਨ ਕਰਨ ਦੇ ਵਧਾਈ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਇੱਕ ਹੋਰ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਤਗਮਾ ਸੂਚੀ 'ਚ ਆਪਣਾ ਨਾਮ ਦਰਜ ਕਰਵਾਇਆ ਹੈ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਵਿਕਾਸ ਠਾਕੁਰ ਨੂੰ ਹੌਸਲਾ ਅਫਜ਼ਾਈ ਅਤੇ ਸੰਭਵ ਮਦਦ ਦੇਣ ਲਈ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਆਏ ਦਿਨ ਵੱਡੇ ਫੈਸਲੇ ਲਿੱਤੇ ਜਾ ਰਹੇ ਹਨ ਅਤੇ ਇਸੇ ਦਰਮਿਆਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਅੱਧੀ ਕਰ ਦਿੱਤੀ ਗਈ ਹੈ। ਹੁਣ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ 5 ਹੋਣਗੇ, ਪਹਿਲਾਂ ਜੋ 10 ਹੁੰਦੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਟੈਕਸ ਦਾਤਾਵਾਂ ਦਾ ਪੈਸਾ ਬਚਾਉਣ ਲਈ ਇਹ ਫੈਸਲਾ ਲਿੱਤਾ ਗਿਆ ਹੈ। ਇਸ ਫੈਸਲੇ ਨਾਲ ਕਮਿਸ਼ਨ ਦਾ ਕੰਮਕਾਜ ਸੁਚਾਰੂ ਢੰਗ ਨਾਲ ਚੱਲੇਗਾ। ਸਰਕਾਰੀ ਬੁਲਾਰੇ ਨੇ ਕਿਹਾ ਕਿ ਟੈਕਸ ਦਾਤਾਵਾਂ ਦੇ ਪੈਸੇ ਦੀ ਬਚਤ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ 10 ਤੋਂ ਘਟਾ ਕੇ 5 ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੌਜੂਦਾ ਸਮੇਂ ਮੈਂਬਰਾਂ ਦੀ ਗਿਣਤੀ 10 ਹੈ, ਜਿਨ੍ਹਾਂ ਦੀ ਤਨਖਾਹਾਂ ਤੇ ਭੱਤੇ ਤੇ ਹੋਰ ਸੇਵਾਵਾਂ ਲਾਭਾਂ ਨਾਲ ਸੂਬੇ ਦੇ ਖਜ਼ਾਨੇ ਉੱਤੇ ਨਾਜਾਇਜ਼ ਬੋਝ ਪੈਦਾ ਹੋ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਕਮਿਸ਼ਨ ਦੇ ਇਸ ਕੰਮਕਾਜ ਵਿੱਚ ਕੁਸ਼ਲਤਾ ਲਿਆਉਣ ਲਈ ਕਈ ਮੈਂਬਰਾਂ ਦੀ ਗਿਣਤੀ ਵਿੱਚ ਕਟੌਤੀ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਮੈਂਬਰਾਂ ਦੀ ਗਿਣਤੀ ਨੂੰ ਘਟਾ ਕੇ ਅੱਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਜਿੱਥੇ ਇੱਕ ਪਾਸੇ ਕਮਿਸ਼ਨ ਦਾ ਕੰਮਕਾਜ ਸੁਚਾਰੂ ਢੰਗ ਨਾਲ ਹੋਵੇਗਾ, ਦੂਜੇ ਪਾਸੇ ਸਾਰੇ ਟੈਕਸ ਦਾਤਾਵਾਂ ਦੇ ਪੈਸੇ ਦੀ ਬਚਤ ਹੋਵੇਗੀ। ਪੰਜਾਬ ਸਰਕਾਰ ਦੇ ਇਸ ਫੈਸਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ। ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਸੰਸਦ ਵਿੱਚ ਅਫਗਾਨਿਸਤਾਨ ਦੇ ਸਿੱਖਾਂ ਦਾ ਮੁੱਦਾ ਚੁੱਕਿਆ। ਉਹਨਾਂ ਨੇ ਅਫਗਾਨਿਸਤਾਨ 'ਚ ਸਿੱਖ ਕੌਮ 'ਤੇ ਹੁੰਦੇ ਹਮਲਿਆਂ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ ਹਮਲੇ ਸਿਰਫ ਇੱਕ ਸਿੱਖ ਕੌਮ 'ਤੇ ਹੀ ਕਿਉਂ ਹੋ ਰਹੇ ਹਨ। ਆਮ ਆਦਮੀ ਪਾਰਟੀ ਪੰਜਾਬ ਨੇ ਵੀਡੀਓ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਟਵੀਟ ਵਿੱਚ ਕਿਹਾ ਗਿਆ ਕਿ ਅਫਗਾਨਿਸਤਾਨ 'ਚ ਸਿੱਖ ਕੌਮ ਦੇ ਹੁੰਦੇ ਹਮਲਿਆਂ ਦਾ ਮੁੱਦਾ ਪੰਜਾਬ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਜੀ ਨੇ ਪਾਰਲੀਮੈਂਟ ਵਿੱਚ ਚੁੱਕਿਆ। ਉਹਨਾਂ ਕਿਹਾ ਕਿ हमले सिर्फ सिखों ਤੇ ही क्यों हो रहे हैं। माननीय महोदय जी, मैं अफगानिस्तान में गुरुद्वारे और सिखों पर हो रहे हमले के बारे में बोलने के लिए खड़ा हुआ हूँ। ये एक ऐसा मुद्दा है जिसने न केवल दुनिया के किसी भी कोने में रहने वाले हर सिख की भावना को आहत किया है, बल्कि ये एक सिख होने की पहचान पर हमला है। इस तरह के हमले हमें कई सवाल करने के लिए मजबूर कर देते हैं कि ये हमले हमारे ऊपर ही क्यों हमें निशाना बनाया जा रहा है। दुनिया भर में गुरुद्वारे, चाहे वो कोविड के दौरान या गुरुद्वारे ही नहीं थे, वो भोजन और हर तरीके की चीज़, ऑक्सीजन को लेकर के उन्होंने हर तरीके की चीज़ लोगों के लिए उपलब्धित की थी। स्वतंत्रता के बाद के समय की बात करूं तो देश के सिखों के योगदान के बारे में हम सबको पता है। जीडीपी की बात करूं, रोजगार की बात करूं या दान धर्म की बात करूं तो सिख हमेशा सबसे आगे रहा है। सिख समुदाय भारत और अन्य देशों के बीच संबंधों में एक मजबूत कड़ी रहा है। वो अपने साहस, प्रक्रम और कड़ी मेहनत के लिए जाने जाते हैं। और ये सब होने के बावजूद हमारे साथ ऐसा सलूक क्यों? 18 जून को कबूल में गुरुद्वारा दशमेश पिता गुरु गोबिंद सिंह करता पवन में कई धमाके हुए। परिसर की ओर जाने वाले किले और दरवाजे के बाहर उग्रवादियों ने गोलियां चला दी, जिसमें 2 लोगों की मृत्यु हुई और कई घायल हुए। 25 मार्च 2020 को आईएस के बंदूकधारियों ने आत्मघाती हमलावरों ने काबुल के गुरुद्वारों पर राय साहेब पर हमला किया। बताया जाता है कि इमारत में 200 लोग थे, जिसमें बच्चों समेत 25 सिखों की मौत हुई। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ ਦਿੱਲੀ ਤੋਂ ਕੇਜਰੀਵਾਲ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਲੱਗੀ ਹੋਈ ਹੈ, ਪਰ ਪੰਜਾਬੀਆਂ ਸਣੇ ਸੂਬੇ ਦੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਦੀ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ।
ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਸਹਾਇਤਾ ਪ੍ਰਦਾਨ ਅਤੇ ਸਮੱਸਿਆ ਦੇ ਜਲਦੀ ਹੀ ਹੱਲ ਲਈ ਨਵੀਂ NRI ਨੀਤੀ ਜਲਦ ਲਿਆਈ ਜਾਵੇਗੀ, ਜਿੱਥੇ ਸੂਬੇ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ NRI ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ NRI ਕਮਿਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਦੌਰਾਨ ਨਵੀਂ NRI ਡਰਾਫਟ ਪਾਲਿਸੀ ਬਾਰੇ ਲੰਮੀ ਵਿਚਾਰ ਚਰਚਾ ਕੀਤੀ। ਕੁਲਦੀਪ ਸਿੰਘ ਧਾਲੀਵਾਲ ਨੇ ਮੀਟਿੰਗ ਦੇ ਵੇਰਵਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਤੁਹਾਡਾ ਇਸ ਨਵੀਂ NRI ਪਾਲਿਸੀ ਬਾਰੇ ਕੀ ਕਹਿਣਾ ਹੈ? ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ। ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਜਿਹੜੇ ਆਪਣੇ ਪ੍ਰਵਾਸੀ ਵੀਰ NRI ਭਰਾ ਜਿਹੜੇ ਆ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਅੱਜ ਸਵੇਰੇ NRI ਵਿਭਾਗ ਦੇ ਜਿਹੜੇ ਤੇ ਇੱਕ ਵੱਡੀ ਮੀਟਿੰਗ ਕੀਤੀ NRI ਕਮਿਸ਼ਨ ਦੇ ਮੈਂਬਰਾਂ ਦੇ ਨਾਲ, ਜਿਹਦੇ ਵਿੱਚ ਸਾਡੇ ਸਾਰੇ ਅਧਿਕਾਰੀ ਸ਼ਾਮਲ ਹੋਏ ਔਰ ਅਸੀਂ ਕਈ ਚੀਜ਼ਾਂ ਦੇ ਉੱਤੇ ਵਿਚਾਰ ਕੀਤਾ ਜਿਹੜੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣੀ ਚਾਹੁੰਦੇ ਆ ਕਿ NRIਆਂ ਨੂੰ ਪੰਜਾਬ ਦੇ ਨਾਲ ਜੋੜਨਾ ਅਤਿਅੰਤ ਜ਼ਰੂਰੀ ਹੈ। ਪੰਜਾਬ ਦੀ ਜੇ ਤਰੱਕੀ ਕਰਨੀ ਹੈ, ਪੰਜਾਬ ਦੇ ਪਿੰਡਾਂ ਨੂੰ ਜੇ ਉੱਚਾ ਚੁੱਕਣਾ, ਤਾਂ ਉਹ NRIਆਂ ਤੋਂ ਬਿਨਾਂ ਹੋਣਾ ਮਤਲਬ ਜਿਹੜਾ ਅਸੰਭਵ ਹੈ। ਕਿਉਂਕਿ NRI ਭਾਵੇਂ ਕਿਤੇ ਚੱਲ ਜਾਣ, ਉਹ ਦੁਨੀਆ ਦੇ ਕਿਸੇ ਹਿੱਸੇ ਤੇ ਚੱਲ ਜਾਣ, ਜਦੋਂ ਜਾਂਦਾ ਹੈ ਉਹਦੇ ਦਿਲ ਦਾ ਇੱਕ ਟੁਕੜਾ ਪੰਜਾਬ 'ਚ ਰਹਿ ਜਾਂਦਾ, ਇੱਕ ਉਹ ਦਿਲ ਦਾ ਟੁਕੜਾ ਨਾਲ ਲੈ ਜਾਂਦਾ। ਉਹਦੇ ਦਿਲ ਦੇ ਅੰਦਰੋਂ ਪੰਜਾਬ ਕਦੀ ਨਹੀਂ ਨਿਕਲਦਾ। ਇਸ ਕਰਕੇ NRIਆਂ ਨੂੰ ਪੰਜਾਬ ਦਾ ਮਤਲਬ ਜਿਹੜਾ ਉਹ ਹਿੱਸੇਦਾਰੀ ਬਣਾਉਣਾ ਵਿਕਾਸ ਦੇ ਵਿੱਚ ਉਹ ਅਤਿਅੰਤ ਜ਼ਰੂਰੀ ਹੈ। ਸੋ ਅਸੀਂ ਅੱਜ ਇੱਕ ਰਿਵਿਊ ਮੀਟਿੰਗ ਕੀਤੀ ਸੀਗੀ ਆਪਣੇ ਮਹਿਕਮੇ ਦੀ। ਉਹ 'ਚ ਕਈ ਚੀਜ਼ਾਂ, ਇੱਕ ਤੇ NRI ਪਾਲਿਸੀ ਜਿਹੜੀ ਅਸੀਂ ਬਣਾ ਰਹੇ ਉੱਤੇ ਵਿਚਾਰ ਕੀਤੀ ਗਈ, ਉਹਨੂੰ ਵਿਚਾਰਿਆ ਗਿਆ। ਕੁਝ ਚੀਜ਼ਾਂ ਹੋਰ ਅਸੀਂ ਠੀਕ ਕਰਕੇ ਜਲਦੀ 15 ਅਗਸਤ ਤੋਂ ਪਹਿਲਾਂ ਉਹਨੂੰ ਜਿਹੜਾ ਕਰਾਂਗੇ। ਇੱਕ ਅਸੀਂ ਤੈਅ ਕੀਤਾ ਕਿ ਪਹਿਲਾਂ ਅਸੀਂ ਨੌਜਵਾਨਾਂ ਨੂੰ ਜਿਹੜਾ NRI ਡਿਪਾਰਟਮੈਂਟ ਜਿਹੜਾ ਪੰਜਾਬ ਨਾਲ ਜੋੜਨ ਵਾਸਤੇ ਇੱਕ ਪੰਜਾਬ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਤੇ ਖੜਨ ਦੀ ਜਿਹੜੀ ਉਹ ਕੋਸ਼ਿਸ਼ ਅਸੀਂ ਕਰਦੇ ਸੀਗੇ। ਹੁਣ ਅਸੀਂ ਜਿਹੜਾ ਇੱਕ ਬਜ਼ੁਰਗਾਂ ਲਈ ਵੀ, ਕਿ ਜਿਹੜੇ ਬਜ਼ੁਰਗ ਆ ਉਹਨਾਂ ਲਈ ਵੀ ਇੱਕ ਜਿਹੜਾ ਬਜ਼ੁਰਗਾਂ ਵਾਸਤੇ ਵੀ ਅਸੀਂ ਚਾਹੁੰਦੇ ਹਾਂ ਕਿ ਇੱਕ ਪਲਾਨ ਇਦਾਂ ਦਾ ਤਿਆਰ ਕੀਤਾ ਜਾਵੇ। ਸਰਕਾਰ ਕੋਲ ਪੈਸੇ ਲੈ ਜਾਣ, ਜਿਹੜੇ ਬਾਹਰ ਬੈਠੇ ਸਾਡੇ ਬਜ਼ੁਰਗ ਆ ਉਹਨਾਂ ਨੂੰ ਪੰਜਾਬ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦਾ ਜਿਹੜੇ ਉਹ ਦਰਸ਼ਨ ਕਰਾਏ ਜਾਣ। ਔਰ ਤੀਜਾ ਜਿਹੜੀਆਂ ਸਾਡੀਆਂ ਜਿਸ ਤਰ੍ਹਾਂ ਸਾਡੇ ਆਮ ਕੋਰਟਾਂ ਨੇ, ਸਿਵਲ ਕੋਰਟਾਂ ਨੇ, ਉਸੇ ਤਰ੍ਹਾਂ ਸਾਡੀਆਂ NRI ਦੇ ਮਸਲੇ ਨਿਬੇੜਨ ਵਾਸਤੇ NRI ਲੋਕ ਅਦਾਲਤਾਂ ਸਥਾਪਿਤ ਕਰਨ ਲਈ ਉਪਰਾਲੇ ਜਿਹੜੇ ਅਸੀਂ ਕਰਾਂਗੇ। ਅਸੀਂ ਸਰਕਾਰ ਨੂੰ ਕਹਾਂਗੇ ਕਿ ਇਦਾਂ ਦੀਆਂ ਅਦਾਲਤਾਂ ਜਿਹੜੀਆਂ ਉਹ ਸਥਾਪਿਤ ਕੀਤੀਆਂ ਜਾਣ, ਜਿਨ੍ਹਾਂ ਵਿੱਚ ਖਾਸ ਤੌਰ ਤੇ ਜ਼ਮੀਨਾਂ ਤੇ ਵਿਆਹਾਂ ਦੇ ਮਸਲੇ ਜਿਹੜੇ ਉਹ ਆਪਸੀ ਸਹਿਮਤੀ ਨਾਲ ਨਿਬੇੜਨ ਦੇ ਯਤਨ ਜਿਹੜੇ ਉਹ ਕੀਤੇ ਜਾਣਗੇ। ਔਰ ਇਹਨਾਂ ਅਦਾਲਤਾਂ ਨੂੰ ਕਾਨੂੰਨੀ ਮਾਨਤਾ ਹੋਊਗੀ, ਬਕਾਇਦਾ ਹਾਈ ਕੋਰਟ ਵੱਲੋਂ ਤੇ ਸਰਕਾਰ ਵੱਲੋਂ ਇਹਨਾਂ ਨੂੰ ਇੱਕ ਮਾਨਤਾ ਦਿੱਤੀ ਜਾਊਗੀ। ਔਰ ਇਹ ਮਤਲਬ ਜਿਹੜੀ ਇੱਕ ਅਸੀਂ ਉਹ ਸੋਚਿਆ ਕਿ ਜਿਹੜੀ NRI ਸਭਾ ਪੰਜਾਬ ਹੈ, ਜਿਹੜੀ ਪਿਛਲੇ ਸਾਲਾਂ 'ਚ ਕਾਫੀ ਐਕਟਿਵ ਰਹੀ ਔਰ ਕੋਰੋਨਾ ਦੇ ਆਉਣ ਤੋਂ ਬਾਅਦ ਉਹ ਮਤਲਬ ਨਹੀਂ ਐਕਟਿਵ ਹੋ ਸਕੀ, ਉਹਦੀ ਚੋਣ ਵੀ ਜਿਹੜੀ ਡਿਊ ਹੈ। ਸੋ ਅਸੀਂ ਜਨਰਲ ਕਮਿਸ਼ਨਰ ਨੂੰ ਇਹ ਡਿਊਟੀ ਲਾਈ ਹੈ ਕਿ ਉਹ ਪਿਛਲੇ 5 ਸਾਲ ਦੀ ਸਾਨੂੰ NRI ਸਭਾ ਜਿਹੜੀ ਪੰਜਾਬ ਹੈ ਉਹਦੀ ਰਿਪੋਰਟ ਪੇਸ਼ ਕਰੇ ਕਿ ਉਹਨੇ ਕੀ ਕੰਮ ਕੀਤੇ ਹੈ ਤੇ ਅੱਗੋਂ ਤੋਂ ਅਸੀਂ ਉਹਦਾ ਕਿੱਦਾਂ ਦੀ ਬਣਤਰ ਜਿਹੜੀ ਹੈ ਉਹ ਚਾਹੁੰਦੇ ਹਾਂ। ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਜਲੰਧਰ 'ਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਪੰਚਾਇਤ ਦੀਆਂ ਜ਼ਮੀਨਾਂ ਤੇ ਕੀਤੇ ਗਏ ਕਬਜ਼ਿਆਂ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ਤੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਮੌਕੇ ਉਹਨਾਂ ਨੇ ਪੰਚਾਇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ। ਜੇਕਰ ਹਿੰਮਤ ਹੈ ਤਾਂ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਵੱਲੋਂ ਕੀਤੇ ਗਏ ਪੰਚਾਇਤੀ ਕਬਜ਼ਿਆਂ ਤੇ ਕਬਜ਼ੇ ਛੁਡਵਾ ਕੇ ਦਿਖਾਉਣ। ਆਪ ਸਰਕਾਰ ਵੱਲੋਂ ਵੱਡੇ ਇਲਜ਼ਾਮ ਲਾਉਂਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਈ ਵੱਡੀਆਂ ਗੱਲਾਂ ਆਖੀਆਂ ਹਨ। ਅੱਜ ਦੀਆਂ ਖਬਰਾਂ ਬਾਰੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਮੇਰੇ ਨਾਲ ਇਮੀਡੀਏਟਲੀ ਰਾਈਟ ਤੇ ਰਾਮ ਲੁਭਾਇਆ ਜੀ ਨੇ, ਜਿਹੜੇ ਕਿ ਨਾਨਕ ਨਗਰੀ ਪੰਚਾਇਤ ਹੈ ਫਗਵਾੜੇ ਦੇ ਵਿੱਚ, ਉਸ ਦੇ ਅਧਿਕਾਰਤ ਪੰਚ ਨੇ, ਤੇ ਸਾਡੀਆਂ ਨਾਲ ਸਤਿਕਾਰਯੋਗ ਬੀਬੀਆਂ ਭੈਣਾਂ ਮੌਕੇ ਦੀਆਂ 5 ਪੰਚਾਇਤ ਦੀਆਂ ਤੇ ਇਧਰਲੇ ਪਾਸੇ ਖੱਬੇ ਹੱਥ 3 ਪੰਚ ਹੋਰ ਜਿਹੜੇ ਨੇ ਉਹ ਨਾਨਕ ਨਗਰੀ ਦੀ ਸਾਰੀ ਇਹ ਪੰਚਾਇਤ ਹੈ। ਤੁਸੀਂ ਸਭ ਨੇ ਦੇਖਿਆ ਕਿ ਪਿਛਲੇ ਦਿਨਾਂ 'ਚ ਮਸਲਾ ਉੱਠਿਆ ਸੀਗਾ ਕਿ ਜਿਹੜੇ ਲਵਲੀ ਯੂਨੀਵਰਸਿਟੀ ਦੇ ਮਿਸਟਰ ਅਸ਼ੋਕ ਮਿੱਤਲ ਨੇ ਮੈਂਬਰ ਪਾਰਲੀਮੈਂਟ, ਉਹਨਾਂ ਦੇ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਇੱਕ ਪਹਿਲਾ ਮਸਲਾ ਆਇਆ ਹਰਦਾਸਪੁਰਾ ਪਿੰਡ ਦੀ ਜ਼ਮੀਨ ਦਾ, ਅੰਦਰ ਉਹਨਾਂ ਦੇ ਕੋਲ ਗੈਰ ਕਾਨੂੰਨੀ ਕਬਜ਼ਾ। ਔਰ ਜਦੋਂ ਅਸੀਂ ਮਸਲੇ ਨੂੰ ਹਾਈਲਾਈਟ ਕੀਤਾ, ਉਹਨਾਂ ਨੂੰ ਹਾਲਾਂਕਿ DDPO ਜਲੰਧਰ ਵੱਲੋਂ ਉਹਨਾਂ ਨੂੰ ਬਕਾਇਦਾ ਨੋਟਿਸ ਸਰਵ ਹੋਇਆ ਸੀਗਾ ਕਿ ਤੁਸੀਂ ਇਸ ਕਬਜ਼ੇ ਨੂੰ ਜਿਹੜਾ ਹੈ ਹਟਾਇਆ ਜਾਵੇ। ਲੇਕਿਨ ਤੁਹਾਨੂੰ ਪਤਾ ਕਿ ਜਦੋਂ ਰੂਲਿੰਗ ਪਾਰਟੀ ਹੁੰਦੀ ਆ, ਉਹ ਕਹਿਣ ਨੂੰ ਉਦਾਂ ਇਮਾਨਦਾਰ ਨੇ ਬੜੇ, ਕਿਉਂਕਿ ਇਹਨਾਂ ਤੋਂ ਉੱਤੇ ਇਮਾਨਦਾਰੀ ਦਾ ਸਰਟੀਫਿਕੇਟ ਕੇਜਰੀਵਾਲ ਤੋਂ ਤਾਂ ਕਿਸੇ ਕੋਲ ਹੈ ਹੀ ਨਹੀਂਗਾ ਸਾਰੇ ਵਰਲਡ ਦੇ ਵਿੱਚ। ਤਾਂ
ਇਹਨਾਂ ਇਮਾਨਦਾਰਾਂ ਦੀ ਪਾਰਟੀ ਨੇ ਫਿਰ ਆਪਣੇ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ, ਔਰ ਬਣੇ ਵੀ ਕਿੱਦਾਂ ਨੇ ਉਹ ਵੀ ਤੁਹਾਨੂੰ ਸਭ ਨੂੰ ਤਕਰੀਬਨ ਪਤਾ ਵਾ, ਸਾਰੀ ਜੱਗ ਜ਼ਾਹਰ ਗੱਲ ਆ, ਫਿਰ ਉਹਦੀ ਹਿਫਾਜ਼ਤ ਤੇ ਆ ਗਏ। ਕੱਲ ਮੇਰਾ ਖਿਆਲ ਸਾਰੀ ਐਡਮਿਨਿਸਟ੍ਰੇਸ਼ਨ ਉੱਥੇ ਪਹੁੰਚੀ ਹੋਈ ਸੀਗੀ, ਔਰ ਉਹਦੇ ਮੁਤਲਕ ਤਾਂ ਸਿਰਫ ਮੈਂ ਇੰਨਾ ਹੀ ਕਹਿ ਕੇ ਅੱਗੇ ਨੈਕਸਟ ਸਟੈਪ ਤੇ ਆਉਣ ਲੱਗਿਆ ਕਿ ਉਹ ਜ਼ਮੀਨ ਹਰਦਾਸਪੁਰੇ ਦੀ ਇਹਨਾਂ ਦੇ ਲਵਲੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਆ। ਫਿਰ ਇਹਨਾਂ ਨੇ ਉਸ ਪਿੰਡ ਦੇ ਸਰਪੰਚ ਦੇ ਕੋਲੋਂ ਬਿਆਨ ਦਵਾਇਆ ਕਿ ਇਹ ਤਾਂ ਜ਼ਮੀਨ ਅਸੀਂ ਲੀਜ਼ ਤੇ ਦਿੱਤੀ ਹੋਈ ਆ, ਖੇਤੀ ਹੋ ਰਹੀ ਉੱਥੇ ਬਕਾਇਦਾ ਜਾ ਕੇ। ਔਰ ਉਸ ਜ਼ਮੀਨ ਦੀਆਂ ਫੋਟੋਜ਼ ਮੈਂ ਕੱਲ ਟਵੀਟ ਕਰ ਦਿੱਤੀਆਂ, ਤੁਹਾਡੇ ਟਵਿੱਟਰ ਤੇ ਹੋਣਗੀਆਂ। ਉਹ ਅੰਦਰ ਜ਼ਮੀਨ ਬਿਲਕੁਲ ਬੰਜਰ ਪਈ ਆ, ਖਾਲੀ ਪਈ ਆ, ਉਹਦੇ ਕੋਈ ਖੇਤੀ ਨਹੀਂ ਹੋ ਰਹੀ। ਸੋ ਜਸਟ ਟੂ ਮਿਸਲੀਡ ਦ ਮੀਡੀਆ, ਜਸਟ ਟੂ ਮਿਸਲੀਡ ਦ ਗਵਰਨਮੈਂਟ ਐਂਡ ਆਲਸੋ ਟੂ ਹੁਡਵਿੰਕ ਦ ਮਾਸਸ ਕਿ ਜੀ ਇਹ ਤਾਂ ਜ਼ਮੀਨ ਕੋਈ ਵਾਹੀ ਕਰ ਰਿਹਾ ਵਾ, ਔਰ ਉਹਦੀ ਰਸੀਦ ਕਟਾਈ ਕਾਲੀ ਦੇ ਵਿੱਚ ਬੈਕ ਡੇਟ ਵਿੱਚ ਜਾ ਕੇ ਉੱਥੇ ਗੁਰਦੁਆਰਾ ਕਮੇਟੀ ਕੋਲੋਂ ਰਸੀਦ ਕਟਾ ਲਈ ਕਿ ਅਸੀਂ ਇੰਨਾ ਠੇਕਾ ਦੇ ਰਹੇ ਹਾਂ ਔਰ ਜ਼ਮੀਨ ਇਸ ਬਾਰੇ। ਉਸ ਤੇ ਮੈਂ ਕਾਰਵਾਈ ਜਿਹੜੀ ਅੱਗੇ ਆਉਣ ਵਾਲੇ ਦਿਨਾਂ 'ਚ ਚਲਾਵਾਂਗੇ, ਉਹਨੂੰ ਮੈਂ 2 ਮਿੰਟ ਸਾਈਡ ਤੇ ਰੱਖ ਦਿੰਦਾ। ਆ ਬਹੁਤ ਇੰਪੋਰਟੈਂਟ ਇੱਕ ਮਸਲਾ ਵਾ। ਆ ਮੇਰੇ ਹੱਥ ਵਿੱਚ ਸਾਰੇ ਡਾਕੂਮੈਂਟਸ ਜਿਹੜੇ ਨੇ, ਇਹ 13.5 ਕਿੱਲੇ ਜ਼ਮੀਨ ਆ ਜਿਹੜੀ ਚਹੇੜੂ ਪਿੰਡ ਦੀ, ਇਹਨਾਂ ਨੇ ਲਵਲੀ ਯੂਨੀਵਰਸਿਟੀ ਨੇ ਅਰਸੇ ਤੋਂ ਇਹਦੇ ਤੇ ਕਬਜ਼ਾ ਕੀਤਾ ਹੋਇਆ ਸੀਗਾ ਪਹਿਲਾਂ ਹੀ, ਔਰ ਉਸ ਕਬਜ਼ੇ ਨੂੰ ਮੁੜ ਕੇ ਸਰਕਾਰੀ ਔਰ ਉਸ ਨੂੰ ਲੈਜਿਟੀਮੇਟ ਕਰਨ ਦੇ ਨਜ਼ਰੀਏ ਦੇ ਨਾਲ ਸਨ 2010 ਵਿੱਚ 12/5/2010 ਨੂੰ ਪਿੰਡ ਦੀ ਗ੍ਰਾਮ ਪੰਚਾਇਤ ਤੇ ਪ੍ਰੈਸ਼ਰ ਪਾ ਕੇ, ਉਹਨਾਂ ਤੇ ਦਬਾਅ ਬਣਾ ਕੇ, ਸੇਵਾ ਕਰਕੇ, ਵਾਟਐਵਰ ਕਰਕੇ ਇੱਕ ਤਰਫਾ ਤਬਾਦਲੇ ਦੇ ਜਿਹੜੀ ਪ੍ਰਪੋਜ਼ਲ ਭੇਜਤੀ ਕਿ ਅਸੀਂ 13.5 ਕਿੱਲੇ ਜ਼ਮੀਨ ਜਿਹੜੀ ਯੂਨੀਵਰਸਿਟੀ ਦੇ ਅੰਦਰ ਆ, ਜਿਹਦੇ ਤੇ ਆਲਰੇਡੀ ਬਿਲਡਿੰਗਸ ਬਣੀਆਂ ਹੋਈਆਂ ਨੇ, ਸਾਰਾ ਪੂਰਾ ਉਹਨਾਂ ਦੇ ਤਬਾਦਲੇ ਤੋਂ ਪਹਿਲਾਂ ਹੀ ਕਬਜ਼ਾ ਕੀਤਾ ਹੋਇਆ ਸੀ, ਤਬਾਦਲੇ ਤੋਂ ਪਹਿਲਾਂ ਹੀ ਸਭ ਕੁਝ, ਪਤਾ ਨਹੀਂ ਕਿਹਨੇ CLUs ਦਿੱਤੀਆਂ, ਕਿਹਨਾਂ ਨੇ ਇਹਨਾਂ ਨੂੰ ਪਰਮਿਸ਼ਨਾਂ ਦਿੱਤੀਆਂ ਬਿਲਡਿੰਗਾਂ ਬਣਾਉਣ ਦੀਆਂ ਪੰਚਾਇਤ ਦੀ ਜ਼ਮੀਨ ਦੇ ਉੱਤੇ। ਉਹ ਸਭ ਕੁਝ ਪਹਿਲਾਂ ਇਨਫਰਾਸਟ੍ਰਕਚਰ ਤਿਆਰ ਸੀਗਾ, ਤੇ ਉਸ ਤੋਂ ਬਾਅਦ ਤਬਾਦਲਾ ਮੂਵ ਕੀਤਾ 12/5/2010 ਨੂੰ। ਔਰ ਤਬਾਦਲਾ ਜਿਹੜਾ ਸੀਗਾ, ਕਿਉਂਕਿ ਜਿਹੜੀ ਚਹੇੜੂ ਪੰਚਾਇਤ ਹੈ ਨਾ, ਇਹਦੇ ਵਿੱਚੋਂ ਇੱਕ ਨਵੀਂ ਪੰਚਾਇਤ ਬਣਾਈ ਗਈ, ਜਿਹਦੇ ਆ ਮੇਰੇ ਕੋਲ ਸਰਪੰਚ ਤੇ ਅਧਿਕਾਰਤ ਪੰਚ ਤੇ ਪੰਚ ਬੈਠੇ ਨੇ, ਉਹਦਾ ਨਾਮ ਹੈਗਾ ਨਾਨਕ ਨਗਰੀ। ਹੁਣ ਜਦੋਂ ਕੋਈ ਤਬਾਦਲਾ ਹੋਣਾ ਸੀ ਤਾਂ ਉਹ ਨਾਨਕ ਨਗਰੀ ਦੇ ਕੰਸੈਂਟ ਤੋਂ ਬਗੈਰ, ਉਹਦੀ ਮਰਜ਼ੀ ਤੋਂ ਬਗੈਰ ਇਹ ਤਬਾਦਲਾ 13.5 ਏਕੜ ਦਾ ਨਹੀਂ ਹੋ ਸਕਦਾ ਸੀਗਾ। ਔਰ 13.5 ਏਕੜ ਜਿਹੜੀ ਲਵਲੀ ਯੂਨੀਵਰਸਿਟੀ ਵਿੱਚ ਉਹ 100 ਕਰੋੜ ਦੀ ਪ੍ਰਾਪਰਟੀ ਹੈ, 100 ਕਰੋੜ ਮਿਨੀਮਮ, ਤੇ ਜਿਹੜੀ ਤਬਾਦਲਾ ਕਰਕੇ ਚਹੇੜੂ ਦੀ ਪੰਚਾਇਤ ਨੂੰ ਦੇ ਦਿੱਤੀ। ਉਹ ਪਰੇ ਜਿਹੜੀ ਵਈ ਹੈਗੀ ਆ, ਕਾਲੀ ਵਈ ਜਿਹਨੂੰ ਕਹਿੰਦੇ ਕਿ ਚਿੱਟੀ ਵਈ ਕਹਿੰਦੇ ਆ, ਉਹਦੇ ਕੰਢੇ ਦੇ ਉੱਤੇ ਮਹਿਜ਼ 15 ਲੱਖ ਰੁਪਏ ਏਕੜ ਵਾਲੀ ਜ਼ਮੀਨ ਆ। ਮਤਲਬ ਪੌਣੇ 2 ਕਰੋੜ ਰੁਪਏ ਦੀ ਜ਼ਮੀਨ ਦੇ ਕੇ 13.5 ਕਿੱਲੇ ਬਾਹਰ ਯੂਨੀਵਰਸਿਟੀ ਤੋਂ ਵਈ ਦੇ ਕੰਢੇ ਦੇ ਉੱਤੇ, ਤੇ 100 ਕਰੋੜ ਰੁਪਏ ਦੀ ਜ਼ਮੀਨ ਸਾਡੇ ਸਤਿਕਾਰਯੋਗ ਲਵਲੀ ਸਾਹਿਬ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ ਇਮਾਨਦਾਰ ਪਾਰਟੀ ਦੇ, ਉਹਨਾਂ ਨੇ 100 ਕਰੋੜ ਰੁਪਏ ਦੀ ਜ਼ਮੀਨ ਦਾ ਤਬਾਦਲਾ ਅਪਰੂਵ ਕਰਾ ਲਿਆ ਵਿਦਆਊਟ ਦ ਕੰਸੈਂਟ ਆਫ ਨਾਨਕ ਨਗਰੀ ਪੰਚਾਇਤ। ਫਿਰ ਨਾਨਕ ਨਗਰੀ ਪੰਚਾਇਤ ਨੇ ਇਸ ਨੂੰ ਚੁਣੌਤੀ ਦਿੱਤੀ, ਹਾਲਾਂਕਿ ਇਸ ਤੋਂ ਪਹਿਲਾਂ ਬਿਲਕੁਲ 2000 ਮਤਾ ਜਿਹੜਾ ਪਾਇਆ ਨਾ ਇਹਨਾਂ ਨੇ, ਜਿਹੜਾ ਮਤਾ, ਇਹਨੂੰ ਬਰੀਕੀ ਨਾਲ ਪੜਿਓ, ਇਸ ਵਿੱਚ 3-4 ਕਾਰਨ ਦੱਸੇ ਕਿ ਕਿਉਂ ਤਬਾਦਲਾ ਕੀਤਾ ਜਾ ਰਿਹਾ ਵਾ। ਸਭ ਤੋਂ ਪਹਿਲਾਂ ਤਬਾਦਲਾ ਜਿਹੜਾ ਉਹਨਾਂ ਨੇ ਕਿਹਾ ਕਿ ਜੀ 3 ਸਾਈਡਾਂ ਤੇ ਲਵਲੀ ਯੂਨੀਵਰਸਿਟੀ ਦੀ ਜ਼ਮੀਨ ਲੱਗਦੀ ਹੈ, ਜਿਹੜੀ 13.5 ਏਕੜ ਜਿਹੜੀ ਇਹਨਾਂ ਨੇ ਤਬਾਦਲਾ ਆਪਣੇ ਹੱਕ ਵਿੱਚ ਲਿਆ, ਉਹਨੂੰ ਕਹਿੰਦੇ 3 ਸਾਈਡਾਂ ਦੇ ਉੱਤੇ ਲਵਲੀ ਯੂਨੀਵਰਸਿਟੀ ਲੱਗਦੀ ਆ, ਤੇ ਚੌਥੀ ਸਾਈਡ ਦੇ ਉੱਤੇ ਵਈ ਵਗਦੀ ਆ। ਇਸ ਕਰਕੇ ਉਹਨੂੰ ਕੋਈ ਰਾਹ ਨਹੀਂ ਹੈਗਾ ਤਾਂ ਇਹ ਜ਼ਮੀਨ ਜਿਹੜੀ ਆ ਇਹ ਤਬਾਦਲਾ ਕੀਤਾ ਜਾਵੇ, ਅਸੀਂ ਤੁਹਾਨੂੰ ਬਾਹਰ ਯੂਨੀਵਰਸਿਟੀ ਤੋਂ ਵਈ ਦੇ ਕੰਢੇ ਦੇ ਉੱਤੇ ਜ਼ਮੀਨ ਦੇ ਦਾਂਗੇ। ਇਹ ਸਰਾਸਰ ਝੂਠਾ ਬਿਆਨ ਸੀਗਾ। ਇਹ ਬੇਸਿਕਲੀ ਆਧਾਰ ਹੀ ਤਬਾਦਲੇ ਦਾ ਗਲਤ ਹੈ, ਕਿਉਂਕਿ ਇਸ ਨੂੰ ਰਾਹ ਜਿਹੜਾ ਲੱਗਦਾ ਹੈ ਉਹ ਤਹਿਸੀਲਦਾਰ ਨੇ ਸਾਨੂੰ ਮਨਜ਼ੂਰਸ਼ੁਦਾ ਇੱਕ ਸਰਟੀਫਾਈਡ ਕਾਪੀ ਦਿੱਤੀ ਆ। ਆ ਤਹਿਸੀਲਦਾਰ ਦਾ ਇੱਕ ਹੈਗਾ ਵਾ, ਅਗਰ ਤੁਸੀਂ ਦੇਖ ਲਓਗੇ ਕਿ ਆ ਜਿਹੜਾ ਹੈਗਾ ਮੇਨ ਰੋਡ ਆ, ਉਹਦੇ ਤੋਂ 2 ਕਰਮ ਦਾ ਯਾਨੀ 11 ਫੁੱਟ ਦਾ ਰਸਤਾ, 2 ਸਾਈਡ ਤੇ ਇਸ 13.5 ਏਕੜ ਜ਼ਮੀਨ ਜਿਹੜਾ ਤਬਾਦਲਾ ਕੀਤਾ ਗਿਆ, ਉਹਨੂੰ 2 ਕਰਮ ਦਾ ਰਸਤਾ 11 ਫੁੱਟ ਦਾ ਰਸਤਾ 2 ਸਾਈਡ ਤੇ ਲੱਗਦਾ ਸੀਗਾ। ਜਾਣਬੁੱਝ ਕੇ ਝੂਠ ਲਿਖਿਆ ਗਿਆ ਮਤੇ ਦੇ ਵਿੱਚ, ਸਰਪੰਚ ਨੂੰ ਪ੍ਰੈਸ਼ਰਾਈਜ਼ ਕਰਕੇ ਜਾਂ ਜੋ ਵੀ ਕੀਤਾ, ਅਖੇ ਇਹਨੂੰ ਰਾਹ ਹੀ ਨਹੀਂ ਲੱਗਦਾ ਜੀ। ਤੁਹਾਨੂੰ ਰਾਹ ਸਾਬਤ ਕਰ ਦਿੱਤਾ। ਆ ਮੇਰੇ ਹੱਥ ਕੋਲ, ਮੈਂ ਤੁਹਾਨੂੰ ਸਾਰੇ ਸਕੈਨ ਡਾਕੂਮੈਂਟਸ ਤੁਹਾਡੀ ਈਮੇਲ ਦੇ ਉੱਤੇ ਭੇਜ ਦੂੰਗਾ। ਇਹ ਤਹਿਸੀਲਦਾਰ ਤੇ ਪਟਵਾਰੀ ਦੀ ਬਕਾਇਦਾ ਤੌਰ ਤੇ ਸਾਡੇ ਕੋਲ 15
4/2019 ਦੀ ਸਾਡੇ ਕੋਲ ਰਿਪੋਰਟ ਹੈ, ਸ਼ਾਇਦ ਉਸ ਤੋਂ ਪਹਿਲਾਂ 19 ਦੀ ਹੈ, 15/4/19 ਦਾ ਜਿੱਥੇ ਪੂਰਾ ਖਸਰਾ ਨੰਬਰ ਦੇ ਕੇ ਦੱਸਿਆ ਕਿ ਇਸ ਨੂੰ ਰਾਹ ਲੱਗਦਾ ਵਾ। ਆ ਫੜਿਓ ਹੁਣ ਤੁਸੀਂ ਡਾਕੂਮੈਂਟ। ਫਿਰ ਕਹਿੰਦੇ ਜੀ ਕਿ ਦੂਸਰਾ ਪੁਆਇੰਟ ਬਣਾਇਆ, ਔਰ ਮੈਂ ਦੱਸ ਦੇਣਾ ਚਾਹੁੰਦਾ, ਜ਼ਿਕਰ ਹੋ ਗਿਆ ਕਿ ਇਹ ਦਲਿਤਾਂ ਦਾ ਪਿੰਡ ਹੈ, ਗਰੀਬਾਂ ਦਾ। ਇਹਨਾਂ ਦੇ ਕੋਲ ਹੋਰ ਕੋਈ ਆਮਦਨ ਨਹੀਂ। ਅਗਰ ਇਹ ਜ਼ਮੀਨ ਖੁੱਸ ਜਾਂਦੀ ਇਹਨਾਂ ਦੇ ਕੋਲੋਂ, ਇਹਨਾਂ ਦੇ ਕੋਲ ਸਾਂਝੇ ਕੰਮਾਂ ਵਾਸਤੇ, ਗੁਰਦੁਆਰਾ ਸਾਹਿਬ ਲਈ, ਧਰਮਸ਼ਾਲਾ ਲਈ, ਸਕੂਲ ਵਾਸਤੇ ਕੋਈ ਆਮਦਨ ਦਾ ਸਰੋਤ ਨਹੀਂਗਾ। ਔਰ ਦੂਸਰਾ ਆਧਾਰ ਉਹਨਾਂ ਨੇ ਬਣਾਇਆ ਜੀ ਕਿ ਉੱਥੇ ਪਾਣੀ ਨਹੀਂ ਲੱਗਦਾ ਇਸ ਜ਼ਮੀਨ ਦੇ ਕੋਲ। ਅਸੀਂ ਤਾਂ ਕਰਕੇ ਇਹ ਜ਼ਮੀਨ ਅਸੀਂ ਲੈ ਰਹੇ ਹਾਂ 100 ਕਰੋੜ ਦੀ, ਤੇ ਬਾਹਰ ਤੁਹਾਨੂੰ 2.25 ਕਰੋੜ ਰੁਪਏ ਦੀ ਦੇ ਦਿਆਂਗੇ, ਕਿਉਂਕਿ ਇਸ 13.5 ਏਕੜ ਜਿਹੜੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਹੈ, ਇਹਨੂੰ ਪਾਣੀ ਨਹੀਂ ਲੱਗਦਾ। ਲਓ ਆ ਐਵੀਡੈਂਸ ਦੇਖੋ ਤੁਸੀਂ, ਪਹਿਲਾਂ ਮੋਟਰ ਆ ਐਵੀਡੈਂਸ ਦੇਖੋ। ਇਹ ਖੇਤੀਯੋਗ ਜ਼ਮੀਨ ਸੀਗੀ, ਬਕਾਇਦਾ ਆ ਫੜੋ ਆ ਲਓ, ਇਹ ਖੇਤੀਯੋਗ ਜ਼ਮੀਨ, ਖੇਤੀ ਹੁੰਦੀ ਰਹੀ ਹੈ ਇਸ ਜ਼ਮੀਨ ਦੇ ਉੱਤੇ, ਬਕਾਇਦਾ ਪੱਟੇ ਦੇ ਉੱਤੇ ਚੜ੍ਹਦੀ ਰਹੀ ਹੈ। ਆ ਲਓ, ਮੋਟਰਾਂ 2 ਲੱਗੀਆਂ ਸੀ ਇਹਦੇ ਵਿੱਚ, ਉਹ ਮੋਟਰਾਂ ਵੀ ਪੱਟ ਦਿੱਤੀਆਂ। ਕਿੰਨਾ ਚਿਰ ਪੁਰਾਣੀ ਤਸਵੀਰ ਹੈ? ਦੱਸੋ ਕਿੰਨੀ ਦੇਰ ਪੁਰਾਣੀ? ਇਹ ਤਕਰੀਬਨ ਜੀ 2015 ਦੇ ਏਕੜ ਦੀਆਂ ਤਸਵੀਰਾਂ ਜੀ। 2015 ਦੇ ਨੇੜੇ ਤੇ। ਤੁਸੀਂ ਵੀ ਆ ਤਸਵੀਰਾਂ ਦਿਖਾਓ ਜਰਾ, ਬਾਕੀ ਵੀ ਦਿਖਾ ਦਿਓ। ਆ ਖੇਤੀ ਦੀ ਜ਼ਮੀਨਾਂ ਦੇਖ ਲਓ। ਕਹਿੰਦੇ ਜੀ ਇੱਥੇ ਪਾਣੀ ਨਹੀਂ ਲੱਗਦਾ, ਖੇਤੀ ਨਹੀਂ ਹੁੰਦੀ, ਇਸ ਕਰਕੇ ਇਹ ਜ਼ਮੀਨ ਸਾਨੂੰ ਬਹੁਤ ਜਲਦੀ ਜ਼ਰੂਰਤ ਹੈ, ਕਿਉਂਕਿ ਅਸੀਂ ਬਿਲਡਿੰਗਾਂ ਬਣਾਉਣੀਆਂ ਉੱਥੇ। ਔਰ 100 ਕਰੋੜ ਰੁਪਏ ਦੀ ਪ੍ਰਾਪਰਟੀ, ਤੇ ਬਾਹਰਲੇ ਪਾਸੇ 2.25 ਕਰੋੜ ਰੁਪਏ ਦੀ ਉਹਨਾਂ ਨੂੰ ਦੇ ਦਿੱਤੀ। ਇਹ ਵੀ ਝੂਠ ਫੜਿਆ ਗਿਆ ਉਹਨਾਂ ਦਾ, ਬਿਕੋਜ਼ ਇੱਥੇ ਬਕਾਇਦਾ ਤੌਰ ਤੇ ਐਗਰੀਕਲਚਰ ਪਰਪਸ ਔਰ ਐਗਰੀਕਲਚਰ ਤੇ ਮੋਟਰ ਦਾ ਜਿਹੜਾ ਪ੍ਰਬੰਧ ਸੀਗਾ ਉਹ ਸਾਰਾ ਕੀਤਾ ਗਿਆ ਸੀ। ਫਿਰ ਕਹਿੰਦੇ ਜੀ ਕਿ, ਔਰ ਇਹਨਾਂ ਨੇ ਇਹ ਸਾਰੀਆਂ ਗੱਲਾਂ ਦਾ ਵਿਰੋਧ ਕਰਦੇ ਹੋਏ ਰਾਮ ਲੁਭਾਇਆ ਜੀ ਜਿਹੜੇ ਅਧਿਕਾਰਤ ਪੰਚ ਨੇ, ਇਹਨਾਂ ਨੇ ਡਾਇਰੈਕਟਰ ਪੰਚਾਇਤ ਨੂੰ 30/7/2010 ਨੂੰ ਵਾਰਨ ਕਰ ਦਿੱਤਾ ਸੀਗਾ ਗਵਰਨਮੈਂਟ ਨੂੰ ਕਿ ਤੁਸੀਂ ਗਲਤ ਤਬਾਦਲਾ ਕਰ ਰਹੇ ਹੋ, ਸਾਡੇ ਕੰਸੈਂਟ ਤੋਂ ਬਗੈਰ ਕਰ ਰਹੇ ਹੋ, ਇਹ ਜ਼ਮੀਨ ਖੇਤੀਯੋਗ ਹੈ, ਇਸ ਜ਼ਮੀਨ ਨੂੰ ਰਸਤਾ ਲੱਗਦਾ ਹੈ, ਇਹ ਦਲਿਤਾਂ ਦਾ, ਗਰੀਬਾਂ ਦਾ ਪਿੰਡ ਆ, ਇਹ ਅਮੀਰ ਆਦਮੀਆਂ ਨੂੰ, ਲਵਲੀ ਯੂਨੀਵਰਸਿਟੀਆਂ ਵਾਲਿਆਂ ਨੂੰ ਕਬਜ਼ਾ ਕਰਨ ਦੇ ਵਾਸਤੇ ਇਹ ਤਬਾਦਲਾ ਪ੍ਰਵਾਨਗੀ ਨਾ ਦਿੱਤੀ ਜਾਵੇ। ਪਰ ਇਹਦੇ ਬਾਵਜੂਦ ਵਿਦਆਊਟ ਦੀ ਕੰਸੈਂਟ ਆਫ ਦੀ ਅਦਰ ਪੰਚਾਇਤ, ਜਿਹੜੇ ਕਿ ਇਸ ਵਕਤ 61 ਐਂਡ 39% ਦੇ ਓਨਰਸ ਨੇ, ਇਹਨਾਂ ਨੂੰ ਬਕਾਇਦਾ ਜਦੋਂ ਇਹਨਾਂ ਦੀ ਪੰਚਾਇਤ ਦੀ ਬਾਈਫਰਕੇਸ਼ਨ ਹੋਈ, ਠੀਕ ਹੈ ਨਾ ਮੈਂ ਕਹਿ ਰਿਹਾ, ਇਹਨਾਂ ਨੂੰ 39% ਪਿੰਡ ਦੀ ਜ਼ਮੀਨ ਦਾ ਹਿੱਸਾ ਦੇ ਮਲਕੀਅਤ ਦੇ ਅਧਿਕਾਰ ਦਿੱਤੇ ਗਏ ਨੇ। ਬਕਾਇਦਾ ਕੇਸ ਚੱਲਿਆ, ਇਹਨਾਂ ਅਧਿਕਾਰਤ ਲੜ ਕੇ ਲਏ ਨੇ। 39% ਸ਼ੇਅਰ ਹੋਲਡਰ ਨੂੰ ਬਗੈਰ ਪੁੱਛੇ ਹੀ ਉਹ ਜ਼ਮੀਨ ਜਿਹੜੀ ਸੀਗੀ ਉਹ ਚੱਕ ਦਿੱਤੀ ਗਈ। ਫਿਰ ਮਾਰਕੀਟ ਵੈਲਿਊ ਤੁਹਾਨੂੰ ਦੱਸ ਦਿੱਤੀ ਹੈ, ਤੁਸੀਂ ਜਾ ਕੇ ਤਸਦੀਕ ਕਰ ਸਕਦੇ। ਔਰ ਇਹ ਏਡਾ ਵੱਡਾ ਫਰਾਡ ਹੈ, ਅਗਰ ਇਹਦੇ ਵਿੱਚ ਵਿਜੀਲੈਂਸ ਇਨਕੁਆਇਰੀ ਹੋਵੇ। ਪਹਿਲੀ ਗੱਲ ਤਾਂ ਜਿਹੜੇ ਅਫਸਰਾਂ ਨੇ ਤਬਾਦਲਾ ਅਲਾਓ ਕੀਤਾ, ਹਾਊ ਡਿਡ ਦੇ ਡੂ ਇਟ? ਕਿਸ ਤਰ੍ਹਾਂ ਤਬਾਦਲਾ ਅਲਾਓ ਕਰਦਾ ਜਦ ਇੱਕ ਪਾਰਟੀ ਜਿਹੜੀ ਸੀਗੀ ਸ਼ੇਅਰ ਹੋਲਡਰ ਸੀਗੀ ਨਾਨਕ ਨਗਰੀ ਪੰਚਾਇਤ, ਉਹਦਾ ਕੰਸੈਂਟ ਹੀ ਨਹੀਂ ਸੀਗਾ। ਔਰ ਜਿਹੜੇ ਮਤੇ ਪਾਸ ਕਰਕੇ ਦਿਖਾਇਆ ਗਿਆ, ਝੂਠ ਬੋਲਿਆ ਗਿਆ, ਉਹ ਵਿਜੀਲੈਂਸ ਅਫਸਰਾਂ ਨੇ ਦੇਖਿਆ ਨਹੀਂ ਕਿ ਉਹਨੂੰ ਰਾਹ ਵੀ ਲੱਗਦਾ ਵਾ, ਇਹ ਖੇਤੀਯੋਗ ਵੀ ਆ, ਇਹ 100 ਕਰੋੜ ਰੁਪਏ ਦੀ ਪ੍ਰਾਪਰਟੀ ਆ। ਇਹਦੇ ਇਵਜ਼ ਵਿੱਚ ਸਰਕਾਰ ਨੂੰ ਚੂਨਾ ਲਾ ਕੇ ਸਿਰਫ 2.25 ਕਰੋੜ ਰੁਪਏ ਦੀ ਜ਼ਮੀਨ ਲੈ ਕੇ ਵਹੀਂ ਦੇ ਕੰਢੇ ਦੇ ਉੱਤੇ ਦਿੱਤੀ ਜਾ ਰਹੀ ਹੈ। ਜਿੰਨੇ ਅਫਸਰ ਥੱਲਿਓਂ ਲੈ ਕੇ ਉੱਤੇ ਤੱਕ ਜਿਹੜਿਆਂ ਨੇ ਇਸ ਤਬਾਦਲੇ ਨੂੰ ਪ੍ਰਵਾਨਗੀ ਦਿੱਤੀ ਆ, ਕੁਲਦੀਪ ਸਿੰਘ ਢਾਲੀਵਾਲ, ਜੇ ਤੁਸੀਂ ਮੇਰੀ ਗੱਲ ਸੁਣ ਰਹੇ ਹੋ, ਤੁਸੀਂ ਬਹੁਤ ਸਾਰੇ ਪੰਜਾਬ ਵਿੱਚ ਘੁੰਮ ਕੇ ਸ਼ੋਰ ਮਚਾ ਰਹੇ ਹੋ। ਜਿਹੜਾ 2828 ਏਕੜ ਜ਼ਮੀਨ ਛਡਾਈ, ਮੈਂ ਉਹਦੇ ਤਹਿਕੀਕਾਤ ਤੁਹਾਨੂੰ ਡਿਟੇਲ ਥੋੜੀ ਜਿਹੀ ਬਾਅਦ ਚ ਦੱਸਦਾ ਵਾਂ।